ਹੁਣ ਤੁਸੀਂ ਦੱਸੋ ਇਹਨਾਂ ਨੂੰ ਫੁਕਰੇ ਕਹੀਏ ਜਾਂ ਪੀੜਤ ਤੇ ਵਿਚਾਰੇ ਕਿਸਾਨ। ਇਹਨਾਂ ਕੁਝ ਕੁ ਚੱਕਵੇਂ ਤੇ ਫੁਕਰੇ ਭਰਾਵਾਂ ਨੇ 90% ਪੀੜਤ ਕਿਸਾਨੀ ਨੂੰ ਵੀ ਬਦਨਾਮ ਕਰ ਰੱਖਿਆ ਹੈ। ਹੁਣ ਇਹ ਜਿਹੜੇ ਵੱਡੇ ਸੂਰਮੇ ਝੋਨਾ ਲਾਉਣ ਵਾਲੇ ਚਿੱਕੜ ਵਿੱਚ ਵੀ ਕਾਰਾਂ ਜੀਪਾਂ ਮੋਟਰਸਾਈਕਲ ਦਬੱਲੀ ਫਿਰਦੇ ਨੇ। ਯਾਰ ਹੁਣ ਤੁਸੀਂ ਦੱਸੋ ਇਹਨਾਂ ਨੂੰ ਫੁਕਰੇ ਕਹੀਏ ਜਾਂ ਪੀੜਤ ਤੇ ਵਿਚਾਰੇ ਕਿਸਾਨ। ਇਹਨਾਂ ਕੁਝ ਕੁ ਚੱਕਵੇਂ ਤੇ ਫੁਕਰੇ ਭਰਾਵਾਂ ਨੇ 90% ਪੀੜਤ ਕਿਸਾਨੀ ਨੂੰ ਵੀ ਬਦਨਾਮ ਕਰ ਰੱਖਿਆ ਹੈ। ਹੁਣ ਇਹ ਜਿਹੜੇ ਵੱਡੇ ਸੂਰਮੇ ਝੋਨਾ ਲਾਉਣ ਵਾਲੇ ਚਿੱਕੜ ਵਿੱਚ ਵੀ ਕਾਰਾਂ ਜੀਪਾਂ ਤੇ ਮੋਟਰਸਾਈਕਲ ਦਬੱਲੀ ਫਿਰਦੇ ਨੇ, ਕੀ ਇਹਨਾਂ ਦੀ ਕੋਈ ਜ਼ਰੂਰਤ ਹੈ? ਕੀ ਇਹਨਾਂ ਦੀ ਕੋਈ ਮਜਬੂਰੀ ਹੈ ਜਾਂ ਸਿਰਫ ਵਿਗੜੀ ਹੋਈ ਫੁਕਰੀ ਮਾਨਸਿਕਤਾ? ਇੱਕ ਪਾਸੇ ਉਹ ਕਿਸਾਨੀ ਹੈ ਜਿਹੜੀ ਸਰਕਾਰਾਂ ਦੀਆਂ ਨੀਤੀਆਂ ਨਾਲ ਮਾਂਜੀ ਪਈ ਹੈ, ਕਰਜ਼ੇ 'ਚ ਦਬੀ ਪਈ ਹੈ, ਬੁਰੀ ਹਾਲਾਤ 'ਚ ਹੈ। ਹੁਣ ਕਿਸਾਨੀ ਮਾਂਜੀ ਤਾਂ ਪਈ ਹੈ ਸਰਕਾਰਾਂ ਦੀਆਂ ਨੀਤੀਆਂ ਪਾਲਿਸੀਆਂ ਕਰਕੇ, ਤੇ ਇਹੋ ਜਿਹੇ ਕੁਝ ਕੁ ਫੁਕਰਿਆਂ ਨੂੰ ਵੇਖ ਕੇ ਸਾਰੇ ਕਿਸਾਨਾਂ ਤੇ ਇਲਜ਼ਾਮ ਲੱਗ ਜਾਂਦਾ ਹੈ ਵੀ ਇਹਨਾਂ ਦੇ ਸ਼ੌਂਕ ਪੁੱਠੇ ਨੇ, ਇਹ ਫਜ਼ੂਲ ਖਰਚੀਆਂ ਕਰਦੇ ਨੇ, ਇਹਨਾਂ ਦੇ ਤਾਂ ਕੰਮ ਹੀ ਪੁੱਠੇ ਨੇ, ਤਾਂ ਹੀ ਇਹ ਦਬੇ ਪਏ ਨੇ। ਅਸਲ ਵਿੱਚ ਸਰਕਾਰਾਂ ਤੇ ਸਿਸਟਮ ਤਾਂ ਚਾਹੁੰਦਾ ਹੈ ਕਿ ਕਿਸਾਨਾਂ ਦੇ ਮੁੰਡੇ ਆਹ ਕੁਛ ਕਰਨ ਤੇ ਇਹਨਾਂ ਤੇ ਠੱਪਾ ਲਾਇਆ ਜਾਏ ਵੀ ਇਹ ਪੁੱਠੀਆਂ ਕਰਤੂਤਾਂ ਕਰਕੇ ਹੀ ਦਬੇ ਪਏ ਨੇ। ਜਿੰਨੇ ਵੀ ਵੀਰ ਤੁਸੀਂ ਸੁਣ ਰਹੇ ਹੋ ਦੇਖ ਰਹੇ ਹੋ, ਜੇ ਗੱਲ ਠੀਕ ਲੱਗੇ ਤਾਂ ਇਸ ਵੀਡੀਓ ਨੂੰ ਅੱਗੇ ਜ਼ਰੂਰ ਭੇਜਿਓ ਤੇ ਆਪਣਾ ਕਮੈਂਟ ਜ਼ਰੂਰ ਲਿਖਿਓ। ਇਹ ਬੇਲੀ ਆਪਦੇ ਜਣੇ ਬੜੇ ਬਹਾਦਰ ਸੂਰਮੇ ਤੇ ਦਲੇਰ ਬਣੇ ਫਿਰਦੇ ਹੋਣਗੇ। ਇਹਨਾਂ ਨੂੰ ਲੱਗਦਾ ਹੋਣਾ ਕਿ ਅਸੀਂ ਪਤਾ ਨਹੀਂ ਕਿੰਨਾ ਕੁ ਕਮਾਲ ਦਾ ਕਾਰਨਾਮਾ ਕਰ ਰਹੇ ਹਾਂ, ਪਤਾ ਨਹੀਂ ਸਾਡੀ ਕਿੰਨੀ ਕੁ ਟੌਰ ਬਣੇਗੀ ਤੇ ਬੱਲੇ ਬੱਲੇ ਹੋਵੇਗੀ, ਤੇ ਪਤਾ ਨਹੀਂ ਕਿੰਨਾ ਕੁ ਵੱਡਾ ਰਿਕਾਰਡ ਕਾਇਮ ਕਰਕੇ ਸਾਡਾ ਨਾਂ ਗਿਨੀਜ਼ ਬੁੱਕ 'ਚ ਦਰਜ ਹੋ ਜਾਏਗਾ। ਪਰ ਮੈਨੂੰ ਪਤਾ ਜਿੰਨੇ ਵੀ ਬੰਦਿਆਂ ਨੇ ਇਹਨਾਂ ਦੀ ਇਹ ਕਰਤੂਤ ਵੇਖੀ ਹੋਣੀ ਹੈ, ਕੁਝ ਕੁ ਫੁਕਰਿਆਂ ਨੂੰ ਛੱਡ ਕੇ ਬਾਕੀ ਸਾਰੇ ਸਿਆਣੇ ਬੰਦਿਆਂ ਨੂੰ ਇਹਨਾਂ ਤੇ ਤਕਲੀਫ ਹੋਈ ਹੋਣੀ ਹੈ ਤੇ ਇਹ ਭੈੜੇ ਲੱਗੇ ਹੋਣਗੇ। ਕੋਈ ਆਪ ਵੀ ਸਿਰੇ ਦਾ ਫੁਕਰਾ ਹੁੰਦਾ ਜਿਹੜਾ ਇਹੋ ਜੀਆਂ ਕਰਤੂਤਾਂ ਤੇ ਪੰਪ ਲਾਉਂਦਾ। ਹੁਣ ਕੋਈ ਬਾਹਲਾ ਸਿਆਣਾ ਐਂ ਵੀ ਕਹਿ ਸਕਦਾ ਹੈ ਯਾਰ ਉਹਨਾਂ ਦੀਆਂ ਕਾਰਾਂ, ਉਹਨਾਂ ਦੀਆਂ ਜੀਪਾਂ, ਉਹਨਾਂ ਦੇ ਮੋਟਰਸਾਈਕਲ, ਉਹਨਾਂ ਦਾ ਤੇਲ, ਉਹਨਾਂ ਦੀ ਪੈਲੀ, ਦੱਸ ਤੈਨੂੰ ਕੀ ਤਕਲੀਫ ਹੈ, ਤੇਰੇ ਕਿਉਂ ਢਿੱਡ ਪੀੜ ਹੁੰਦੀ ਹੈ? ਉਹ ਮਿੱਤਰੋ, ਜੇ ਮਾਮਲਾ ਇਹਨਾਂ ਮਿੱਤਰਾਂ ਦਾ ਭਰਾਵਾਂ ਦਾ ਨਿੱਜੀ ਹੁੰਦਾ ਤਾਂ ਕੋਈ ਗੱਲ ਨਹੀਂ ਸੀ, ਪਰ ਮੈਨੂੰ ਤਕਲੀਫ 3 ਗੱਲਾਂ ਕਰਕੇ ਹੈ। ਮੇਰੀ ਪਹਿਲੀ ਤਕਲੀਫ ਹੈ ਕਿ ਇਹਨਾਂ ਕੁਝ ਕੁ ਫੁਕਰੇ ਵੀਰਾਂ ਕਰਕੇ ਸਾਰੀ ਕਿਸਾਨੀ ਦੇ ਚੰਗੇ ਮੁੰਡਿਆਂ ਦੇ ਸਿਰ ਤੇ ਵੀ ਫੁਕਰੇ ਹੋਣ ਦਾ ਠੱਪਾ ਲੱਗ ਜਾਂਦਾ ਹੈ। ਦੂਜੀ ਤਕਲੀਫ ਹੈ ਕਿ ਇਹਨਾਂ ਦੀਆਂ ਇਹੋ ਜੀਆਂ ਫੁਕਰੀਆਂ ਹਰਕਤਾਂ ਵੇਖ ਕੇ ਸਰਕਾਰਾਂ ਕਹਿ ਦਿੰਦੀਆਂ ਨੇ ਕਿਸਾਨੀ ਆਪਦੀਆਂ ਪੁੱਠੀਆਂ ਕਰਤੂਤਾਂ ਕਰਕੇ ਕਰਜ਼ੇ 'ਚ ਦਬਦੀ ਹੈ, ਸਾਡਾ ਕੋਈ ਕਸੂਰ ਨਹੀਂ, ਤੇ ਇਸ ਤਰ੍ਹਾਂ ਸਰਕਾਰਾਂ ਆਪ ਆਪਣੀਆਂ ਨੀਤੀਆਂ ਨੂੰ ਬਰੀ ਕਰ ਲੈਂਦੀਆਂ ਨੇ। ਮੇਰੀ ਤੀਜੀ ਤਕਲੀਫ ਹੈ ਇਹਨਾਂ ਫੁਕਰਿਆਂ ਵੱਲ ਵੇਖ ਕੇ ਜਿਹੜੇ ਕਿਸਾਨਾਂ ਦੇ ਹੋਰ ਮੁੰਡੇ ਨੇ ਤੇ ਛੋਟੇ ਬੱਚੇ ਨੇ, ਉਹਨਾਂ ਤੇ ਵੀ ਭੈੜਾ ਅਸਰ ਪੈਂਦਾ ਹੈ ਤੇ ਉਹ ਵੀ ਇਦਾਂ ਦੀਆਂ ਫੁਕਰੀਆਂ ਹਰਕਤਾਂ ਕਰਨ ਦੀ ਕੋਸ਼ਿਸ਼ ਕਰਦੇ ਨੇ। ਹੁਣ ਕਈ ਇਹੋ ਜਿਹੇ ਵੀ ਵੀਰ ਨੇ ਜਿਨ੍ਹਾਂ ਨੂੰ ਕਿਸੇ ਗੱਲ ਦਾ ਅਰਥ ਮਤਲਬ ਪਤਾ ਨਹੀਂ ਹੁੰਦਾ ਤੇ ਉਹ ਕਹਿੰਦੇ ਨੇ ਕਿ ਯਾਰ ਸ਼ੌਂਕ ਤਾਂ ਸ਼ੌਂਕ ਹੀ ਹੈ, ਸ਼ੌਂਕ ਦਾ ਕੋਈ ਮੁੱਲ ਥੋੜੀ ਹੁੰਦਾ ਹੈ। ਪਰ ਉਹਨਾਂ ਭਲੇ ਮਾਨਸਾਂ ਨੂੰ ਦੱਸਣਾ ਚਾਹੁੰਦੇ ਆ ਕਿ ਮਿੱਤਰੋ, ਸ਼ੌਂਕ ਵੀ 2 ਤਰ੍ਹਾਂ ਦੇ ਹੁੰਦੇ ਨੇ। ਇੱਕ ਵਿਗੜੇ ਹੋਏ ਘਟੀਆ ਤੇ ਫੁਕਰੇ ਸ਼ੌਂਕ, ਇੱਕ ਚੰਗੇ ਸੋਹਣੇ ਤੇ ਸਿਹਤਮੰਦ ਸ਼ੌਂਕ। ਤੇ ਜਿਹੜਾ ਕੁਝ ਇਹ ਜਿਹੜੇ ਭਰਾ ਜਾਣ ਬੁੱਝ ਕੇ ਝੋਨੇ ਵਾਲੇ ਚਿੱਕੜ ਦੇ ਵਿੱਚ ਕਾਰਾਂ ਦਬੱਲੀ ਫਿਰਦੇ ਨੇ, ਜੀਪਾਂ ਦਬੱਲੀ ਫਿਰਦੇ ਨੇ, ਮੋਟਰਸਾਈਕਲ ਭਜਾਈ ਫਿਰਦੇ ਨੇ, ਇਹ ਸਿਰਫ ਚੱਕਵੀਂ ਹਰਕਤ ਹੈ, ਫੁਕਰਪੰਥੀ ਹੈ, ਹੋਛਾਪਣ ਹੈ, ਹੋਰ ਕੱਖ ਵੀ ਨਹੀਂ। ਹੁਣ ਮੈਂ ਇਹ ਵੀ ਦੱਸ ਦੇਣਾ ਚਾਹੁੰਦਾ ਹੈ ਕਿ ਇਹਨਾਂ ਵੀਰਾਂ ਦੀਆਂ ਇਹਨਾਂ ਫੁਕਰੀਆਂ ਕਰਤੂਤਾਂ ਤੇ ਫੁਕਰੀ ਸੋਚ ਪਿੱਛੇ ਕਸੂਰ ਇਹਨਾਂ ਦਾ ਵੀ ਨਹੀਂ, ਕਸੂਰ ਉਸ ਸਿਸਟਮ ਦਾ ਹੈ, ਉਸ ਪ੍ਰਬੰਧ ਦਾ ਹੈ ਜਿਹੜੇ ਪ੍ਰਬੰਧ ਨੇ ਇਹਨਾਂ ਨੂੰ ਇਹੋ ਜਿਹੇ ਹਾਲਾਤ ਦਿੱਤੇ ਕਿ ਇਹਨਾਂ ਦੇ ਦਿਮਾਗਾਂ ਦੇ ਵਿੱਚ ਫੁਕਰਪੰਥੀ ਦਾ ਪ੍ਰਚਾਰ ਪ੍ਰਸਾਰ ਵੱਧਦਾ ਗਿਆ। ਸਿਸਟਮ ਨੇ ਜਾਣ ਬੁੱਝ ਕੇ ਉਹ ਚੱਕਵੀਂ ਤੇ ਫੁਕਰੀ ਗਾਇਕੀ ਚੱਲਣ ਦਿੱਤੀ ਜਿਹੜੀ ਗਾਇਕੀ ਦਾ ਅਸਰ ਨੌਜਵਾਨਾਂ ਦੇ ਬੱਚਿਆਂ ਦੇ ਦਿਮਾਗਾਂ ਤੇ ਹੁੰਦਾ ਹੈ। ਉਹ ਗਾਇਕੀ ਜਿਹਦੇ ਵਿੱਚ ਗੀਤ ਆਉਂਦੇ ਨੇ ਕਿ ਜੱਟ ਪੁੱਠਿਆਂ ਕੰਮਾਂ ਦਾ ਸ਼ੌਂਕੀ, ਜਿਹਦੇ ਵਿੱਚ ਕਿਸਾਨਾਂ ਦੇ ਪੁੱਤਾਂ ਨੂੰ ਇੰਜ ਪੇਸ਼ ਕੀਤਾ ਜਾਂਦਾ ਹੈ
ਜਿਵੇਂ ਉਹ ਗੁੰਡੇ, ਨਸ਼ੇੜੀ, ਵੈਲੀ, ਐਬੀ ਤੇ ਬਦਮਾਸ਼ ਹੋਣ। ਉਹ ਗੀਤ, ਉਹ ਗਾਇਕੀ ਜਿਨ੍ਹਾਂ ਰਾਹੀਂ ਜਵਾਨੀ ਨੂੰ ਫੁਕਰਪੰਥੀ ਤੇ ਪੁੱਠੇ ਸ਼ੌਂਕਾਂ ਦਾ ਪਾਠ ਪੜ੍ਹਾ ਕੇ ਪੁੱਠਾ ਚਸਕਾ ਪਾਇਆ ਜਾਂਦਾ ਹੈ। ਹੁਣ ਤੁਸੀਂ ਧਿਆਨ ਨਾਲ ਵੇਖੋ, ਜਿੱਦਾਂ ਇਹ ਵੀਰ ਆਪਣੀਆਂ ਕਾਰਾਂ, ਜੀਪਾਂ ਤੇ ਮੋਟਰਸਾਈਕਲਾਂ ਨੂੰ ਝੋਨੇ ਵਾਲੇ, ਰਫੱਡ ਵਾਲੇ, ਕੱਦੂ ਵਾਲੇ ਚਿੱਕੜ ਦੇ ਵਿੱਚ ਦਵੱਲੀ ਫਿਰਦੇ ਨੇ, ਇਹਦੇ ਪਿੱਛੇ ਇਹਨਾਂ ਦੀ ਸੋਚ ਕੀ ਹੋਵੇਗੀ? ਇਹ ਸਾਬਤ ਕੀ ਕਰਨਾ ਚਾਹੁੰਦੇ ਨੇ? ਦੇਖੋ, ਕਾਰ, ਜੀਪ ਜਾਂ ਮੋਟਰਸਾਈਕਲ 'ਚ ਜਿਹੜਾ ਇੰਜਣ ਲੱਗਿਆ, ਜਿੰਨੀ ਕੁ ਉਹਦੀ ਇੰਜਣ ਦੀ ਕੰਪਨੀ ਨੇ ਮਾੜੀ ਮੋਟੀ ਪਾਵਰ ਦਿੱਤੀ ਹੈ, ਓਨੇ ਕੁ ਨਾਲ ਉਹਨੇ ਆਪਣਾ ਕੰਮ ਕਰੀ ਜਾਣਾ। ਇਹਦੇ 'ਚ ਇਹਨਾਂ ਵੀਰਾਂ ਦੀ ਕੀ ਬਹਾਦਰੀ ਹੈ, ਕੀ ਸੂਰਮਤਾਈ ਹੈ, ਕੀ ਇਹਨਾਂ ਦੀ ਦਲੇਰੀ ਹੈ, ਕੀ ਇਹਨਾਂ ਦੀ ਤਾਕਤ ਹੈ, ਕਿਹੜਾ ਇਹਨਾਂ ਦਾ ਹੁਨਰ ਹੈ ਜਿਹੜਾ ਇਹ ਦਿਖਾ ਰਹੇ ਨੇ। ਹਾਂ, ਜੇ ਇਹ ਬਗਾਨੀਆਂ ਕੰਪਨੀਆਂ ਦੇ ਬਣਾਏ ਇੰਜਣਾਂ ਦੀ ਥਾਂ ਤੇ, ਉਹਨਾਂ ਕਾਰਾਂ, ਜੀਪਾਂ, ਮੋਟਰਸਾਈਕਲਾਂ ਦੀ ਥਾਂ ਤੇ ਕਿਤੇ ਆਪ ਭੱਜਣ ਚਿੱਕੜ ਦੇ ਵਿੱਚ, ਆਪ ਇੱਕ ਲਾਈਨ 'ਚ ਖੜ ਕੇ ਸੀਟੀ ਮਾਰ ਕੇ ਚਿੱਕੜ ਦੇ ਵਿੱਚ ਖੁਦ ਰੇਸ ਲਾਉਣ, ਤਾਂ ਫੇਰ ਪਤਾ ਲੱਗੂਗਾ ਕਿ ਕਿਹਦੇ ਸਰੀਰ 'ਚ ਕਿੰਨੀ ਜਾਨ ਹੈ, ਕਿਹਨੇ ਆਪਣੇ ਸਰੀਰ ਨੂੰ ਕਿੰਨਾ ਪਾਲਿਆ, ਸਾਂਭਿਆ। ਫੇਰ ਤਾਂ ਗੱਲ ਹੋਈ ਨਾ। ਪਰ ਬਗਾਨੀਆਂ ਕੰਪਨੀਆਂ ਦੀਆਂ ਬਗਾਨੀਆਂ ਕਾਰਾਂ, ਬਗਾਨੇ ਮਤਲਬ ਮੋਟਰਸਾਈਕਲ, ਜੀਪਾਂ ਭਜਾਉਣੀਆਂ, ਹੁਣ ਕੋਈ ਐਂ ਕਹਿ ਸਕਦਾ ਵੀ ਇਹ ਤਾਂ ਉਹਨਾਂ ਦੀਆਂ ਆਪਦੀਆਂ ਨੇ? ਉਹ ਭਰਾਵੋ, ਕੰਪਨੀਆਂ ਹੋਰਾਂ ਦੀਆਂ ਨੇ, ਕੰਪਨੀਆਂ ਦੇ ਮਾਲਕ ਵੀ ਹੋਰ ਨੇ। ਕਈ ਵਾਰ ਸਾਡੇ ਵਾਲੇ ਜਿਹੜੇ ਕਈ ਫੁਕਰੇ ਨੇ, ਉਹ ਕਿਸੇ ਕੰਪਨੀ ਦੀ, ਕਿਸੇ ਦੀ ਬਣਾਈ ਚੀਜ਼ ਖਰੀਦ ਲੈਂਦੇ ਨੇ ਤੇ ਉਸ ਤੋਂ ਬਾਅਦ ਉਹ ਐਂ ਸਮਝਣ ਲੱਗ ਪੈਂਦੇ ਨੇ ਵੀ ਜਿਵੇਂ ਜੇ ਇਹ ਕੋਈ ਕੰਮ ਕਰ ਰਹੀ ਹੈ ਨਾ, ਜਾਂ ਇਹਦੀ ਇੰਜਣ ਦੀ ਕੋਈ ਤਾਕਤ ਹੈ, ਤੇ ਸ਼ਾਇਦ ਉਹਦੇ 'ਚ ਕੋਈ ਮੇਰੀ ਟੌਰ ਹੈ, ਕੋਈ ਮੇਰੀ ਤਾਕਤ ਹੈ। ਇਹ ਇੱਕ ਝੂਠਾ ਵਹਿਮ ਹੈ। ਜਿਹੜੀ ਕੰਪਨੀ ਨੇ ਉਹ ਇੰਜਣ ਬਣਾਇਆ, ਉਹ ਵਹੀਕਲ ਬਣਾਇਆ, ਜੇ ਉਹਦੇ 'ਚ ਕੋਈ ਜਾਨ ਹੈ, ਕੋਈ ਤਾਕਤ ਹੈ, ਤੇ ਉਹ ਉਹਨਾਂ ਦੀ ਕ੍ਰੈਡੀਬਿਲਿਟੀ ਹੈ, ਉਹ ਉਹਨਾਂ ਦੀ ਉਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਕੋਈ ਗੁਣ ਹੋ ਸਕਦਾ ਹੈ ਜਾਂ ਬੱਲੇ ਬੱਲੇ ਹੋ ਸਕਦੀ ਹੈ। ਜਿਹਨੇ ਉਹ ਪੈਸੇ ਦੇ ਕੇ ਖਰੀਦ ਲਈ, ਇੱਕ ਅੱਧੀ ਕਰੋੜਾਂ ਪੀਸ ਉਹਨਾਂ ਨੇ ਬਣਾਏ, ਕਰੋੜਾਂ 'ਚੋਂ ਇੱਕ ਅੱਧਾ ਆਪਾਂ ਖਰੀਦ ਲਿਆ, ਤੇ ਇਹਦੇ 'ਚ ਆਪਣੀ ਕਾਹਦੀ ਟੌਰ ਹੋ ਗਈ? ਕਈ ਛੋਟੀ ਸੋਚ ਵਾਲੇ ਤਾਂ ਕਿਸਾਨਾਂ ਤੇ ਇੱਥੋਂ ਤੱਕ ਚਿੜਦੇ ਨੇ ਵੀ ਵੇਖੋ ਜੀ, ਕਿਸਾਨ ਤਾਂ ਘਰ ਪਾਈ ਜਾਂਦੇ ਨੇ ਵੱਡੇ ਵੱਡੇ, ਇਹਨਾਂ ਨੇ ਤਾਂ ਕਾਰਾਂ ਰੱਖ ਲੀਆਂ, ਇਹਨਾਂ ਨੇ ਮੋਟਰਸਾਈਕਲ ਰੱਖੇ ਨੇ, ਇਹ ਖੇਤ ਵੀ ਮੋਟਰਸਾਈਕਲ ਤੇ ਜਾਂਦੇ ਨੇ, ਇਹ ਤਾਂ ਕਰਜ਼ਿਆਂ 'ਚ ਦਬ ਗਏ, ਇਹਨਾਂ ਨੂੰ ਇਹ ਕੁਛ ਨਹੀਂ ਕਰਨਾ ਚਾਹੀਦਾ। ਉੱਥੇ ਅਸੀਂ ਸਖਤ ਵਿਰੋਧ ਕਰਦੇ ਹਾਂ, ਮੈਂ ਖੁਦ ਕਰਦਾ ਕਿ ਕੀ ਗੱਲ, ਘਰ ਪਾਉਣਾ, ਵਧੀਆ ਘਰ ਪਾਉਣਾ ਕਿਤੇ ਸਿਰਫ 2 ਨੰਬਰ ਦੀਆਂ ਕਮਾਈਆਂ ਵਾਲੇ ਤੇ ਵਿਹਲੜਾਂ ਦਾ ਹੀ ਜ਼ਰੂਰਤ ਹੈ, ਕਿਸਾਨਾਂ ਦੀ ਨਹੀਂ ਹੈ, ਮਜ਼ਦੂਰਾਂ ਦੀ ਨਹੀਂ ਹੈ। ਕਾਰ ਰੱਖਣੀ, ਮੋਟਰਸਾਈਕਲ ਰੱਖਣਾ, ਹੋਰ ਜਿਹੜੀਆਂ ਸਹੂਲਤਾਂ ਜ਼ਿੰਦਗੀ ਦੇ ਵਿੱਚ ਉਹ ਲੈਣੀਆਂ, ਇਹ ਕਿਸਾਨਾਂ ਦਾ ਵੀ ਹੱਕ ਬਣਦਾ ਹੈ, ਤੇ ਕਿਸਾਨ ਲੈਣਗੇ ਤੇ ਲੈਣੀਆਂ ਵੀ ਚਾਹੀਦੀਆਂ ਨੇ ਕਿਸਾਨਾਂ ਮਜ਼ਦੂਰਾਂ ਨੂੰ। ਹੁਣ ਗੱਲ ਮਜ਼ਦੂਰਾਂ ਦੀ ਕਰ ਲਈਏ। ਮਜ਼ਦੂਰਾਂ ਦੀ ਜ਼ਿੰਦਗੀ ਬਹੁਤ ਮਾੜੀ ਹੈ, ਮਜ਼ਦੂਰਾਂ ਕੋਲ ਵੀ ਇਹ ਸਾਰੀਆਂ ਚੀਜ਼ਾਂ ਜਾਣੀਆਂ ਚਾਹੀਦੀਆਂ ਨੇ, ਪਰ ਜਿਸ ਤਰ੍ਹਾਂ ਦੁਰਵਰਤੋਂ ਕਰਨੀ, ਜਿਵੇਂ ਆਹ ਵੀਰ ਜਿਹੜੇ ਨੇ ਇਹ ਕਰ ਰਹੇ ਨੇ, ਹੁਣ ਕਾਰ ਨੂੰ ਮਤਲਬ ਝੋਨੇ ਦੇ ਰਫੱਡ ਦੇ ਵਿੱਚ ਚਿੱਕੜ 'ਚ ਘੜੀਸੀ ਫਿਰਨਾ, ਇਹ ਕੋਈ ਸਾਡੀ ਜ਼ਰੂਰਤ ਨਹੀਂ ਹੈਗੀ। ਸਹੂਲਤ ਲੈਣਾ ਸਾਡੀ ਜ਼ਰੂਰਤ ਹੈ, ਪਰ ਉਹਨੂੰ ਚਿੱਕੜ 'ਚ ਘੜੀਸਣਾ ਸਾਡੀ ਕੋਈ ਜ਼ਰੂਰਤ ਨਹੀਂ, ਕੋਈ ਲੋੜ ਨਹੀਂ। ਇਹ ਜ਼ਰੂਰ ਸਾਡੀ ਫੁਕਰਪੰਥੀ ਹੋ ਸਕਦੀ ਹੈ ਤੇ ਹੈਗੀ ਹੈ। ਹੁਣ ਤੁਸੀਂ ਦੱਸੋ, ਇਹਨਾਂ ਨੂੰ ਫੁਕਰੇ ਕਹੀਏ ਜਾਂ ਪੀੜਤ ਤੇ ਵਿਚਾਰੇ ਕਿਸਾਨ? ਇਹਨਾਂ ਕੁਝ ਕੁ ਚੱਕਵੇਂ ਤੇ ਫੁਕਰੇ ਭਰਾਵਾਂ ਨੇ 90% ਪੀੜਤ ਕਿਸਾਨੀ ਨੂੰ ਵੀ ਬਦਨਾਮ ਕਰ ਰੱਖਿਆ ਹੈ। ਹੁਣ ਇਹ ਜਿਹੜੇ ਵੱਡੇ ਸੂਰਮੇ ਝੋਨਾ ਲਾਉਣ ਵਾਲੇ ਚਿੱਕੜ ਵਿੱਚ ਵੀ ਕਾਰਾਂ, ਜੀਪਾਂ, ਮੋਟਰਸਾਈਕਲ ਦਬੱਲੀ ਫਿਰਦੇ ਨੇ। ਯਾਰ ਹੁਣ ਤੁਸੀਂ ਦੱਸੋ, ਇਹਨਾਂ ਨੂੰ ਫੁਕਰੇ ਕਹੀਏ ਜਾਂ ਪੀੜਤ ਤੇ ਵਿਚਾਰੇ ਕਿਸਾਨ? ਇਹਨਾਂ ਕੁਝ ਕੁ ਚੱਕਵੇਂ ਤੇ ਫੁਕਰੇ ਭਰਾਵਾਂ ਨੇ 90% ਪੀੜਤ ਕਿਸਾਨੀ ਨੂੰ ਵੀ ਬਦਨਾਮ ਕਰ ਰੱਖਿਆ ਹੈ। ਹੁਣ ਇਹ ਜਿਹੜੇ ਵੱਡੇ ਸੂਰਮੇ ਝੋਨਾ ਲਾਉਣ ਵਾਲੇ ਚਿੱਕੜ ਵਿੱਚ ਵੀ ਕਾਰਾਂ, ਜੀਪਾਂ ਤੇ ਮੋਟਰਸਾਈਕਲ ਦਬੱਲੀ ਫਿਰਦੇ ਨੇ, ਕੀ ਇਹਨਾਂ ਦੀ ਕੋਈ ਜ਼ਰੂਰਤ ਹੈ? ਕੀ ਇਹਨਾਂ ਦੀ ਕੋਈ ਮਜਬੂਰੀ ਹੈ, ਜਾਂ ਸਿਰਫ ਵਿਗੜੀ ਹੋਈ ਫੁਕਰੀ ਮਾਨਸਿਕਤਾ? ਇੱਕ ਪਾਸੇ ਉਹ ਕਿਸਾਨੀ ਹੈ ਜਿਹੜੀ ਸਰਕਾਰਾਂ ਦੀਆਂ ਨੀਤੀਆਂ ਨਾਲ ਮਾਂਜੀ ਪਈ ਹੈ, ਕਰਜ਼ੇ 'ਚ ਦਬੀ ਪਈ ਹੈ, ਬੁਰੀ ਹਾਲਾਤ 'ਚ ਹੈ। ਹੁਣ ਕਿਸਾਨੀ ਮਾਂਜੀ ਤਾਂ ਪਈ ਹੈ ਸਰਕਾਰਾਂ ਦੀਆਂ ਨੀਤੀਆਂ ਪਾਲਿਸੀਆਂ ਕਰਕੇ, ਤੇ ਇਹੋ ਜਿਹੇ ਕੁਝ ਕੁ ਫੁਕਰਿਆਂ ਨੂੰ ਵੇਖ ਕੇ ਸਾਰੇ ਕਿਸਾਨਾਂ ਤੇ ਇਲਜ਼ਾਮ ਲੱਗ ਜਾਂਦਾ ਹੈ ਵੀ ਇਹਨਾਂ ਦੇ ਸ਼ੌਂਕ ਪੁੱਠੇ ਨੇ, ਇਹ ਫਜ਼ੂਲ ਖਰਚੀਆਂ ਕਰਦੇ ਨੇ,
ਇਹਨਾਂ ਦੇ ਤਾਂ ਕੰਮ ਹੀ ਪੁੱਠੇ ਨੇ, ਤਾਂ ਹੀ ਇਹ ਦਬੇ ਪਏ ਨੇ।